ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਨਾਲ ਕੁਝ ਜ਼ਰੂਰੀ ਟੌਪਿਕ ਸਾਂਝੇ ਕਰਨ ਜਾ ਰਹੇ ਹਾਂ। ਹਾਂਜੀ, ਪੀਐਸ ਸਟੱਡ ਦੇ ਵਿੱਚ ਭਾਸ਼ਾਈ ਕੌਸ਼ਲਾਂ ਦਾ ਇੱਕ ਇੰਪੋਰਟੈਂਟ ਟੌਪਿਕ ਹੈ। ਇਹਦੇ ਰਿਲੇਟਡ ਕੁਝ ਕੁਐਸਚਨ ਆਪਣੇ ਐਗਜ਼ਾਮ ਦੇ ਵਿੱਚ ਆਉਂਦੇ ਹੈ। ਹਾਂਜੀ, ਆਪਾਂ ਇਹਦੇ ਬਾਰੇ ਕੁਝ ਸਮਝਦੇ ਹਾਂ ਜੀ। ਭਾਸ਼ਾਈ ਕੌਸ਼ਲਾਂ ਦਾ ਵਿਕਾਸ ਅੱਜ ਦਾ ਆਪਣਾ ਟੌਪਿਕ ਹੈ। ਭਾਸ਼ਾ ਸਿੱਖਿਆ ਦੇ ਮੁੱਖ ਰੂਪ ਵਿੱਚ 4 ਪੱਧਰ ਮੰਨੇ ਜਾਂਦੇ ਆ। ਹਾਂਜੀ, ਆਪਾਂ ਕੁਛ ਭਾਸ਼ਾ ਸਿੱਖਦੇ ਹਾਂ ਤਾਂ ਉਹਦੇ 4 ਪੱਧਰ ਹੈ। ਸੁਣਨਾ ਅਤੇ ਸਮਝਣਾ, ਪਹਿਲਾਂ ਸੁਣਨਾ, ਫਿਰ ਬੋਲਣਾ, ਪੜ੍ਹਨਾ, ਲਿਖਣਾ। ਇਹ 4 ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਤੋਂ ਬਿਨਾਂ ਆਪਾਂ ਕੋਈ ਵੀ ਭਾਸ਼ਾ ਨਹੀਂ ਸਿੱਖ ਸਕਦੇ। ਸੁਣਨਾ ਅਤੇ ਸਮਝਣੇ ਦੇ ਵਿੱਚ ਹੁੰਦਾ ਹੈ ਸੁਣਨ ਕੌਸ਼ਲ, ਇਹਨੂੰ ਸੁਣਨ ਕੌਸ਼ਲ ਕਿਹਾ ਜਾਂਦਾ ਹੈ। ਬੋਲਣਾ ਹੁੰਦਾ ਹੈ ਮੌਖਿਕ ਪ੍ਰਗਟਾ ਕਰਨਾ। ਪੜ੍ਹਨੇ ਨੂੰ ਕਿਹਾ ਜਾਂਦਾ ਹੈ ਵਾਚਨ ਕੌਸ਼ਲ। ਲਿਖਣੇ ਨੂੰ ਕਿਹਾ ਜਾਂਦਾ ਹੈ ਲਿਖਤ ਕੌਸ਼ਲ। ਇਹ 4 ਕੌਸ਼ਲ ਹੈ ਜੀ, ਜਿਨ੍ਹਾਂ ਬਾਰੇ ਆਪਾਂ ਪੜ੍ਹਾਂਗੇ, ਇਸ ਟੌਪਿਕ ਦੇ ਵਿੱਚ ਪੜ੍ਹਾਂਗੇ। ਹਾਂਜੀ, ਪਹਿਲਾਂ ਆਪਾਂ ਪੜ੍ਹਦੇ ਹਾਂ ਜੀ ਸੁਣਨਾ ਅਤੇ ਸਮਝਣਾ। ਸੁਣਨਾ ਅਤੇ ਸਮਝਣਾ। ਸੁਣਨ ਅਤੇ ਸਮਝਣ ਦੇ ਵਿੱਚ ਕੀ ਹੈ? ਪਹਿਲਾਂ ਬੋਲਣਾ, ਫਿਰ ਪੜ੍ਹਨਾ ਅਤੇ ਲਿਖਣਾ। ਇਹਦੇ ਵਿੱਚ 3 ਚੀਜ਼ਾਂ ਆਉਂਦੀਆਂ ਸੁਣਨ ਅਤੇ ਸਮਝਣ ਦੇ ਵਿੱਚ। ਪਹਿਲਾਂ ਆਪਾਂ ਕੋਈ ਚੀਜ਼ ਸੁਣਨਾ ਸਮਝਾਂਗੇ, ਫਿਰ ਉਹਨੂੰ ਬੋਲਾਂਗੇ, ਫਿਰ ਪੜ੍ਹਾਂਗੇ ਅਤੇ ਫਿਰ ਲਿਖਾਂਗੇ। ਹਾਂਜੀ, ਇਹ 4 ਕੌਸ਼ਲ ਹੈ ਜੀ। ਇਹਨੂੰ ਆਪਾਂ ਸੁਣਨ ਨੂੰ ਸ਼ਾਰਟ ਫਾਰਮ ਦੇ ਵਿੱਚ ਯਾਦ ਕਰਨ ਲਈ ਲਿਖ ਸਕਦੇ, ਜਿਵੇਂ ਬੀ ਤੋਂ, ਬੋਲਣੇ ਤੋਂ ਬੀ, ਪੜ੍ਹਨੇ ਤੋਂ ਪੀ, ਲਿਖਣੇ ਤੋਂ ਐਲ, BPL ਦੇ ਨਾਮ ਤੋਂ ਵੀ ਆਪਾਂ ਜਾਣ ਸਕਦੇ ਹਾਂ, ਯਾਦ ਰੱਖ ਸਕਦੇ ਹਾਂ। ਹਾਂਜੀ, ਪਹਿਲਾ ਆਪਣਾ ਕੌਸ਼ਲ ਹੈ ਸੁਣਨ ਕੌਸ਼ਲ। ਹਾਂਜੀ, ਇਹਦੇ ਬਾਰੇ ਆਪਾਂ ਪੜ੍ਹਦੇ ਹਾਂ। ਸੁਣਨ ਕੌਸ਼ਲ। ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਨਵੀਂ ਦਿੱਲੀ ਨੇ 20ਵੀਂ ਸਦੀ ਦੇ 9ਵੇਂ ਦਹਾਕੇ ਦੌਰਾਨ ਗਣਿਤ ਵਿਗਿਆਨ, ਸਮਾਜਿਕ ਅਧਿਐਨ ਅਤੇ ਭਾਸ਼ਾ ਨਾਲ ਸੰਬੰਧਿਤ ਕੁਝ ਨਿਊਨਤਮ ਸਿੱਖਣ ਪੱਧਰ ਮਿੱਥੇ ਹਨ ਅਤੇ ਭਾਸ਼ਾ ਸਿੱਖਿਆ ਕੁਝ ਨਿਊਨਤਮ ਸਿੱਖਣ ਪੱਧਰ ਮਿੱਥੇ ਹਨ ਅਤੇ ਭਾਸ਼ਾ ਸਿੱਖਿਆ ਵਿੱਚ ਬੋਲਣ ਸੁਣਨ ਅਤੇ ਸੁਣਨ ਬੋਲਣ ਕਿਰਿਆਵਾਂ ਉੱਤੇ ਬਹੁਤ ਬਲ ਦਿੱਤਾ ਹੈ। ਇਸ ਲਈ ਗ੍ਰਾਮੋਫੋਨ, ਭਾਸ਼ਾ ਰਿਕਾਰਡ, ਫਿਲਮਾਂ ਅਤੇ ਟੈਲੀਵਿਜ਼ਨ ਵਰਗੇ ਸਾਧਨਾਂ ਨੂੰ ਉન્નਤਸ਼ੀਲ ਦੇਸ਼ਾਂ ਦੇ ਸੇਵਾ ਵਿੱਚ ਜੋੜ ਦਿੱਤਾ ਹੈ। ਹਾਂਜੀ, ਇਹ ਆਪਾਂ ਦੇਖ ਲਿਆ ਜੀ। ਗ੍ਰਾਮੋਫੋਨ, ਭਾਸ਼ਾ ਰਿਕਾਰਡ, ਫਿਲਮਾਂ ਅਤੇ ਟੈਲੀਵਿਜ਼ਨ ਵਰਗੇ ਸਾਧਨਾਂ ਨੂੰ ਉન્નਤਸ਼ੀਲ ਦੇਸ਼ਾਂ ਨੇ ਸੇਵਾ ਵਿੱਚ ਭਾਸ਼ਾ ਸਿੱਖਿਆ ਦੇ ਵਿੱਚ ਇਹਨੂੰ ਜੋੜ ਦਿੱਤਾ ਹੈ। ਸੁਣਨ ਤੋਂ ਭਾਵ ਹੈ ਸੁਣ ਕੇ ਉਸਨੂੰ ਸਮਝਣਾ। ਕੋਈ ਗੱਲ ਆਪਾਂ ਸੁਣਦੇ ਹਾਂ, ਸੁਣ ਕੇ ਉਹਨੂੰ ਸਮਝਣਾ ਜ਼ਰੂਰੀ ਹੈ। ਅਸਲ ਵਿੱਚ ਸੁਣਨ ਅਤੇ ਸਮਝਣ ਇੱਕੋ ਕਿਰਿਆ ਹੈ। ਸੁਣਨ ਦੇ 2 ਜੁੜੇ ਹਨ। ਸੁਣਨ ਕੇ ਸਮਝਣਾ ਹੀ ਸੰਪੂਰਨ ਸੁਣਨ ਪ੍ਰਕਿਰਿਆ ਹੈ। ਜੇ ਕੋਈ ਗੱਲ ਆਪਾਂ ਸੁਣ ਰਹੇ ਹਾਂ, ਉਹਨੂੰ ਸਮਝਾਂਗੇ, ਅੰਡਰਸਟੈਂਡ ਕਰਾਂਗੇ, ਤਾਂ ਹੀ ਉਹ ਸੰਪੂਰਨ ਪ੍ਰਕਿਰਿਆ ਹੈ। ਭਾਸ਼ਾ ਸਿੱਖਿਆ ਵਿੱਚ ਸੁਣਨ ਦੀ ਮੁਹਾਰਤ ਅਤਿਅੰਤ ਰੱਖਦੀ ਹੈ। ਠੀਕ ਸੁਣਨਾ ਅਤੇ ਉਸਨੂੰ ਸਮਝਣਾ ਭਾਸ਼ਾ ਸਿੱਖਿਆ ਦਾ ਪਹਿਲਾ ਪੜਾਅ ਹੈ। ਭਾਸ਼ਾ ਸਿੱਖਿਆ ਦਾ ਪਹਿਲਾ ਪੜਾਅ ਹੈ ਠੀਕ ਸੁਣਨਾ ਅਤੇ ਉਹਨੂੰ ਸਮਝਣਾ। ਕੋਈ ਚੀਜ਼ ਸੁਣਨਾ ਅਤੇ ਉਹਦੇ ਉੱਤੇ ਗੌਰ ਕਰਨਾ, ਇਹ ਭਾਸ਼ਾ ਸਿੱਖਿਆ ਦਾ ਪਹਿਲਾ ਪੜਾਅ ਹੈ। ਸੁਣਨ ਕੌਸ਼ਲ ਵਿੱਚ 2 ਚੀਜ਼ਾਂ ਪਰਸਪਰ ਜੁੜੀਆਂ ਹੋਈਆਂ ਹਨ, ਸੁਣਨ ਅਤੇ ਸਮਝਣ। ਹਾਂਜੀ, ਜਿਹੜਾ ਸੁਣਨ ਕੌਸ਼ਲ ਹੈ, ਜਿਹੜਾ ਪਹਿਲਾ ਕੌਸ਼ਲ ਆਪਣਾ ਸੁਣਨ ਕੌਸ਼ਲ। ਸੁਣਨ ਕੌਸ਼ਲ ਦੇ ਵਿੱਚ ਜ਼ਰੂਰੀ ਹੈ ਸੁਣਨਾ ਅਤੇ ਉਸਨੂੰ ਸਮਝਣਾ। ਇਹਨਾਂ ਨੂੰ ਵੱਖ-ਵੱਖ ਨਹੀਂ ਕੀਤਾ ਜਾ ਸਕਦਾ। ਸੁਣਨ ਅਤੇ ਸਮਝਣ ਕੌਸ਼ਲ ਨੂੰ ਵੱਖ-ਵੱਖ ਨਹੀਂ ਕੀਤਾ ਜਾ ਸਕਦਾ। ਇਹ ਕਿਸੇ ਵੀ ਭਾਸ਼ਾ ਜਾਂ ਬੋਲੀ ਦੀਆਂ ਮੁੱਢਲੀਆਂ ਸ਼ਰਤਾਂ ਹਨ। ਇਸ ਤੋਂ ਬਾਅਦ ਹੀ ਹੌਲੀ-ਹੌਲੀ ਭਾਸ਼ਾਈ ਵਿਕਾਸ ਆਰੰਭ ਹੁੰਦਾ ਹੈ। ਇਸ ਤੋਂ ਬਾਅਦ ਹੀ ਹੈ ਜਿਹੜਾ ਸੁਣਨ ਅਤੇ ਸਮਝਣ ਤੋਂ ਬਾਅਦ ਹੀ ਹੈ ਜਿਹੜੀ ਭਾਸ਼ਾਈ ਵਿਕਾਸ ਆਰੰਭ ਹੁੰਦਾ ਹੈ। ਸੁਣਨ ਲਈ ਲੋੜੀਂਦੀ ਸੁਣਨ ਸ਼ਕਤੀ ਸਰੀਰਕ ਅਤੇ ਸਮਝਣ ਦੀ ਸ਼ਕਤੀ ਹੋਣੀ ਚਾਹੀਦੀ ਹੈ। ਸੁਣਨ ਲਈ ਲੋੜੀਂਦੀ ਸੁਣਨ ਸ਼ਕਤੀ ਜਿਵੇਂ ਸਰੀਰਕ ਅਤੇ ਸਮਝਣ ਦੀ ਜਿਹੜੀ ਹੁੰਦੀ ਹੈ ਉਹ ਸ਼ਕਤੀ ਹੋਣੀ ਚਾਹੀਦੀ ਹੈ ਅਤੇ ਸੁਣਨੇ ਉਸਦਾ ਚੰਗਾ ਪ੍ਰਭਾਵ ਪਵੇ। ਜੇਕਰ ਬੱਚਾ ਸੁਣ ਕੇ ਡਰ ਜਾਂ ਸਹਿਮ ਜਾਂਦਾ ਤਾਂ ਪ੍ਰਭਾਵੀ ਸੁਣਨਾ ਨਹੀਂ ਕਿਹਾ ਜਾਂਦਾ। ਹਾਂਜੀ, ਇੰਨੀ ਲਾਊਡ ਆਵਾਜ਼ ਦੇ ਵਿੱਚ ਆਪਾਂ ਬੋਲਦੇ ਹਾਂ, ਕੋਈ ਬੱਚਾ ਹੈ ਉਹਨੂੰ ਸੁਣ ਕੇ ਡਰ ਜਾਂਦਾ ਹੈ, ਸਹਿਮ ਜਾਂਦਾ ਹੈ, ਤਾਂ ਕੋਈ ਪ੍ਰਭਾਵੀ ਸੁਣਨਾ ਨਹੀਂ ਕਿਹਾ ਜਾ ਸਕਦਾ। ਹਾਂਜੀ, ਸੁਣਨ ਕੌਸ਼ਲ ਦਾ ਕੀ ਮਹੱਤਵ ਹੈ? ਵੈਰੀ ਇੰਪੋਰਟੈਂਟ। ਹਾਂਜੀ, ਛੋਟੇ ਬੱਚੇ ਦੀ ਬੋਲੀ ਸਿੱਖਿਆ ਸੁਣਨ ਤੋਂ ਹੀ ਸ਼ੁਰੂ ਹੁੰਦੀ ਹੈ। ਛੋਟਾ ਬੱਚਾ ਹੈ
ਉਹ ਸਭ ਤੋਂ ਪਹਿਲਾਂ ਇੱਕ ਸੁਣਨ ਦੀ ਪ੍ਰਕਿਰਿਆ ਹੀ ਸ਼ੁਰੂ ਹੁੰਦੀ ਹੈ। ਸੁਣਨ ਅਤੇ ਸਮਝਣ ਦਾ ਕੰਮ ਨਾਲੋਂ ਨਾਲ ਚੱਲਦਾ ਰਹਿੰਦਾ ਹੈ। ਬੱਚਾ ਸਭ ਤੋਂ ਪਹਿਲਾਂ ਆਪਣੇ ਆਸ-ਪਾਸ ਦੇ ਲੋਕਾਂ ਨੂੰ ਬੋਲਦੇ ਸੁਣਦਾ ਹੈ ਅਤੇ ਮਾਤ ਭਾਸ਼ਾ ਸਿੱਖਦਾ ਹੈ। ਉਹ ਪਰਿਵਾਰ ਦੇ ਮੈਂਬਰਾਂ ਨੂੰ ਬੋਲਦੇ ਸੁਣਦਾ ਹੈ ਅਤੇ ਉਹਨਾਂ ਦੀ ਨਕਲ ਕਰਦਾ ਹੈ। ਇਹ ਹੀ ਕਾਰਨ ਹੈ ਕਿ ਜੇਕਰ ਬੱਚੇ ਨੂੰ ਉਸਦੇ ਮਾਂ-ਬਾਪ ਤੋਂ ਵੱਖ ਇਕੱਲੇ ਰੱਖਿਆ ਜਾਵੇ ਤਾਂ ਉਹ ਨਹੀਂ ਸਿੱਖ ਸਕਦਾ। ਇੰਝ ਹੀ ਜੇਕਰ ਬੱਚੇ ਨੂੰ ਜਾਨਵਰਾਂ ਨਾਲ ਰੱਖਿਆ ਜਾਵੇ ਤਾਂ ਉਹ ਭਾਸ਼ਾ ਨਹੀਂ ਲੈ ਸਕਣਗੇ, ਸਗੋਂ ਜਾਨਵਰਾਂ ਵਾਂਗ ਬੋਲਦੇ ਹਨ। ਹਾਂਜੀ, ਜੇ ਆਪਾਂ ਇੱਕ ਬੱਚੇ ਨੂੰ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਹੁੰਦਾ ਹੈ, ਉਹ ਆਪਾਂ ਨੂੰ ਬੋਲਦੇ ਸੁਣਦਾ ਹੈ ਤਾਂ ਉਹਦੀ ਨਕਲ ਕਰਦਾ, ਉਹ ਵੀ ਉਹਨੂੰ ਦੇਖ ਦੇਖ ਕੇ ਬੋਲਣਾ ਸਿੱਖਦਾ ਹੈ। ਹਾਂਜੀ, ਉਸੇ ਤਰ੍ਹਾਂ ਹੀ ਜੇਕਰ ਇੱਕ ਬੱਚੇ ਨੂੰ ਜਾਨਵਰਾਂ ਨਾਲ ਰੱਖਿਆ ਜਾਵੇ ਤਾਂ ਉਹ ਭਾਸ਼ਾ ਨਹੀਂ ਲੈ ਸਕਦਾ, ਉਹ ਆਪਣੀ ਭਾਸ਼ਾ ਨਹੀਂ ਸਿੱਖੇਗਾ, ਉਹ ਜਾਨਵਰਾਂ ਵਾਂਗੂ ਹੀ ਬੋਲੂਗਾ। ਪ੍ਰਾਚੀਨ ਸਮੇਂ ਵਿੱਚ ਜਦੋਂ ਭਾਸ਼ਾ ਸਰੂਪ ਪੜ੍ਹਨ ਤੇ ਲਿਖਣ ਤੱਕ ਵਿਕਸਿਤ ਨਹੀਂ ਹੋਈ ਸੀ ਤਾਂ ਵਿਚਾਰਾਂ ਤੇ ਭਾਵਾਂ ਦੇ ਆਦਾਨ ਪ੍ਰਦਾਨ ਦਾ ਬਹੁਤ ਕਾਰਜ ਬੋਲਣ ਸੁਣਨ ਤੇ ਸਮਝਣ ਤੱਕ ਹੀ ਸੀਮਿਤ ਰਹਿੰਦਾ ਸੀ। ਹੁਣ ਵੀ ਅਨਪੜ੍ਹ ਲੋਕਾਂ ਦੀ ਬੋਲੀ ਕੁਝ ਕਿਰਿਆਵਾਂ ਤੋਂ ਉਪਰੰਤ ਬੋਲਣ ਸੁਣਨ ਤੇ ਸਮਝਣ ਤੱਕ ਹੀ ਸੀਮਿਤ ਰਹਿ ਜਾਂਦੀ। ਹਾਂਜੀ, ਪ੍ਰਾਚੀਨ ਸਮੇਂ ਦੇ ਵਿੱਚ ਜਦੋਂ ਭਾਸ਼ਾ ਦਾ ਸਰੂਪ ਪੜ੍ਹਨ ਤੇ ਲਿਖਣ ਤੱਕ ਵਿਕਸਿਤ ਨਹੀਂ ਹੋਇਆ ਸੀ, ਨਾ ਤਾਂ ਉਦੋਂ ਕੋਈ ਲਿਖਣ ਦਾ ਕੰਮ ਸੀ, ਨਾ ਹੀ ਉਹਨੂੰ ਲਿਖਿਆ ਹੁੰਦਾ ਤਾਂ ਅਸੀਂ ਪੜ੍ਹ ਸਕਦੇ ਸੀ, ਨਾ ਹੀ ਪੜ੍ਹਨ ਦਾ ਕੋਈ ਸੀਗਾ। ਤਾਂ ਵਿਚਾਰਾਂ ਦੇ ਭਾਵਾਂ ਦਾ ਆਦਾਨ ਪ੍ਰਦਾਨ ਹੁੰਦਾ ਸੀ। ਜਿਹੜੇ ਅਸੀਂ ਕੋਈ ਵਿਚਾਰਾਂ ਦਾ ਜਿਹੜਾ ਆਦਾਨ ਪ੍ਰਦਾਨ ਹੁੰਦਾ ਸੀਗਾ ਉਹ ਸਿਰਫ ਬੋਲ ਕੇ ਤੇ ਸੁਣ ਕੇ ਹੀ ਹੁੰਦਾ ਸੀ, ਨਾ ਤਾਂ ਉਹਨੂੰ ਪੜ੍ਹ ਕੇ ਲਿਖ ਸਕਦੇ ਸੀਗੇ। ਲਿਖ ਕੇ ਆਪਾਂ ਜਿਵੇਂ ਆਪਣੀਆਂ ਗੱਲਾਂ ਦਾ ਆਦਾਨ ਪ੍ਰਦਾਨ ਕਰਦੇ ਹਾਂ, ਭਾਵਾਂ ਦਾ, ਵਿਚਾਰਾਂ ਦਾ, ਉਹ ਨਹੀਂ ਹੁੰਦਾ ਸੀਗਾ। ਹੁਣ ਵੀ ਅਨਪੜ੍ਹ ਲੋਕ ਹੈ ਜਿਵੇਂ ਜਿਨ੍ਹਾਂ ਨੂੰ ਲਿਖਣਾ ਪੜ੍ਹਨਾ ਨਹੀਂ ਆਉਂਦਾ, ਉਹ ਆਪਣਾ ਵਿਚਾਰ ਵਟਾਂਦਰਾ ਕਰਦੇ ਆ, ਬੋਲ ਕੇ ਤੇ ਸੁਣਨ ਤੱਕ ਹੀ ਸਹਿਮਤ ਹਨ। ਹਾਂਜੀ, ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਮਹੱਤਤਾ ਹੁੰਦੀ ਹੈ। ਸੁਣਨ ਕੌਸ਼ਲ ਦੀ ਰੋਜ਼ਾਨਾ ਦੇ ਜੀਵਨ ਵਿੱਚ ਮਹੱਤਤਾ ਹੁੰਦੀ ਹੈ। ਵਿਚਾਰਾਂ ਨੂੰ ਗ੍ਰਹਿਣ ਕਰਨ ਵਿੱਚ ਸਹਾਇਕ ਹੁੰਦੀ ਹੈ। ਅਸੀਂ ਜੇ ਸੁਣ ਕੇ ਸਮਝ ਸਕਾਂਗੇ ਤਾਂ ਹੀ ਵਿਚਾਰ ਗ੍ਰਹਿਣ ਕਰ ਸਕਾਂਗੇ। ਭਾਸ਼ਾਈ ਨਿਖੇੜਾ ਕਰਨ ਵਿੱਚ ਸਹਾਇਕ ਹੁੰਦੀ ਹੈ। ਲੋਕਤੰਤਰੀ ਸਮਾਜ ਵਿੱਚ ਮਹੱਤਤਾ ਹੁੰਦੀ ਹੈ। ਤਰਕ ਵਿਤਰਕ ਦੀ ਯੋਗਤਾ ਪੈਦਾ ਕਰਨ ਵਿੱਚ ਵੀ ਸਹਾਇਕ ਹੁੰਦੀ ਹੈ। ਸੁਣਨ ਕੌਸ਼ਲ ਹੈ ਜਿਹੜਾ ਤਰਕ ਵਿਤਰਕ ਦੀ ਯੋਗਤਾ ਵਿੱਚ ਪੈਦਾ ਕਰਨ ਵਿੱਚ ਵੀ ਸਹਾਇਕ ਹੁੰਦਾ ਹੈ। ਇਕਾਗਰਤਾ ਪੈਦਾ ਕਰਨ ਵਿੱਚ ਸਹਾਇਕ ਹੁੰਦਾ ਹੈ। ਸਾਰਥਿਕ ਬੋਲੀ ਦੇ ਗਿਆਨ ਵਿੱਚ ਸਹਾਇਕ ਹੁੰਦਾ ਹੈ। ਆਦਾਨ ਪ੍ਰਦਾਨ ਵਿੱਚ ਸਹਾਇਕ ਹੁੰਦਾ ਹੈ। ਦੂਜਿਆਂ ਦੇ ਜਜ਼ਬਿਆਂ ਤੇ ਵਲਵਲਿਆਂ ਨੂੰ ਜਾਣਨ ਵਿੱਚ ਸਹਾਇਕ ਹੁੰਦਾ ਹੈ। ਗ੍ਰਹਿਣ ਕਰਨ ਦਾ ਪਹਿਲਾ ਪੜਾਅ ਹੈ। ਮਨੋਰੰਜਨ ਵਿੱਚ ਸਹਾਇਕ ਹੁੰਦਾ ਹੈ। ਪੁਰਾਤਨ ਸਮੇਂ ਦੀ ਗਵਾਹੀ ਸਿੱਖਣ ਪ੍ਰਕਿਰਿਆ ਵਿੱਚ ਸਹਾਇਕ ਹੁੰਦਾ ਹੈ। ਹਾਂਜੀ, ਅੱਗੇ ਪ੍ਰਭਾਵਸ਼ਾਲੀ ਇਹ ਤਾਂ ਸੀਗੇ ਜੀ ਉਹਨਾਂ ਦੇ ਮਹੱਤਵ ਸੀਗੇ ਜਿਹੜੇ ਆਪਣੇ ਸੁਣਨ ਸਮਝਣ ਕੌਸ਼ਲ ਦੇ। ਅੱਗੇ ਹੈ ਪ੍ਰਭਾਵੀ ਸੁਣਨ ਦੀਆਂ ਕੀ ਸ਼ਰਤਾਂ ਹੁੰਦੀਆਂ ਹਨ। ਹਾਂਜੀ, ਆਪਾਂ ਦੇਖ ਸਕਦੇ ਹਾਂ। ਹਾਂਜੀ, ਫਿਰ ਇਹ ਦੇਖਦੇ ਹਾਂ। ਜੋ ਸੁਣਿਆ ਉਸ ਨੂੰ ਪੂਰੀ ਤਰ੍ਹਾਂ ਸਮਝਿਆ ਜਾਵੇ, ਬੱਚੇ ਦੀ ਸਮਝ ਪੱਧਰ ਦੇ ਅਨੁਕੂਲ ਹੋਵੇ। ਹਾਂਜੀ, ਜਿਹੜਾ ਆਪਾਂ ਸੁਣਿਆ ਹੈ ਉਹਦੇ ਗੌਰ ਫਰਮਾਈ ਜਾਵੇ, ਉਹਨੂੰ ਸਮਝਿਆ ਜਾਵੇ ਅਤੇ ਉਸ ਜਿਹੜੀ ਗੱਲ ਹੈ ਬੱਚੇ ਦੀ ਸਮਝ ਪੱਧਰ ਉਹਦੇ ਲੈਵਲ ਦੇ ਅਨੁਸਾਰ ਹੀ ਹੋਵੇ ਤਾਂ ਕਿ ਉਸ 'ਤੇ ਸਮਝ ਸਕੇ ਉਸ ਗੱਲ ਨੂੰ ਜੋ ਉਹਨੇ ਸੁਣਿਆ ਹੈ। ਜੋ ਕੁਝ ਸੁਣਿਆ ਜਾਵੇ ਉਹ ਬਿਲਕੁਲ ਠੀਕ ਰੂਪ ਵਿੱਚ ਸੁਣਿਆ ਜਾਵੇ। ਠੀਕ ਸੁਣਨਾ ਹੀ ਪ੍ਰਭਾਵਸ਼ਾਲੀ ਸੁਣਨਾ ਹੁੰਦਾ ਹੈ। ਹਾਂਜੀ, ਉਹਦੀ ਜਿਹੜੀ ਬੋਲਣ ਦੀ ਆਪਣਾ ਹੈਗਾ ਉਹਨੂੰ ਸੁਣਨ ਲਈ ਉਹਦੀ ਜਿਹੜੀ ਹੈ ਇੰਨਾ ਕੁ ਬੋਲੀਏ ਕਿ ਉਹਨੂੰ ਅਗਲੇ ਨੂੰ ਠੀਕ ਸੁਣ ਜਾਵੇ। ਉਹਨੂੰ ਪ੍ਰਭਾਵਸ਼ਾਲੀ ਸੁਣਨਾ ਕਿਹਾ ਜਾਂਦਾ ਹੈ। ਥਰਡ ਪੁਆਇੰਟ ਹੈ ਜੋ ਕੁਝ ਸੁਣਿਆ ਜਾਵੇ ਉਸਦਾ ਸੁਣਨ ਵਾਲੇ ਦੇ ਦਿਲ ਉੱਤੇ ਚੰਗਾ ਪ੍ਰਭਾਵ ਪਵੇ ਅਤੇ ਉਸਦੇ ਮਨ ਵਿੱਚ ਪ੍ਰਸੰਨਤਾ ਉਤਪੰਨ ਹੋਵੇ। ਹਾਂਜੀ, ਜਿਵੇਂ ਆਪਾਂ ਬੋਲਦੇ ਹਾਂ, ਬੋਲਣਾ ਵਾਲੇ ਦਾ ਬੋਲਣਾ ਇੰਨਾ ਚੰਗਾ ਹੋਵੇ ਕਿ ਅਗਲੇ ਸੁਣਨ ਵਾਲੇ ਦੇ ਜਿਹੜਾ ਹੈਗਾ ਉੱਤੇ ਸਿੱਧਾ ਪ੍ਰਭਾਵ ਪਵੇ, ਇਫੈਕਟਿਵ ਹੋਵੇ, ਉਹਦੀ ਇੱਕੋਦਮ ਸਮਝ ਆਵੇ, ਵਾਹ ਕਿਆ ਬਾਤ ਹੈ। ਸੁਣਨ ਕੌਸ਼ਲ ਲਈ ਅਭਿਆਸ ਕੀ ਹੋਣੇ ਚਾਹੀਦੇ ਹੈ। ਉੱਚੀ ਪਾਠ ਹੋਣਾ ਚਾਹੀਦਾ ਹੈ। ਪਹਿਲਾਂ ਉੱਚੀ ਪਾਠ ਦੇ ਵਿੱਚ ਕੀ ਹੋਣਾ ਚਾਹੀਦਾ। ਅਧਿਆਪਕ ਨੂੰ ਆਦਰਸ਼ ਵਾਚਨ ਕਰਦੇ ਸਮੇਂ ਵਿਦਿਆਰਥੀ ਨੂੰ ਸੁਚੇਤ ਕਰ ਦੇਣਾ ਚਾਹੀਦਾ ਹੈ। ਹਾਂਜੀ, ਉੱਚੀ ਪਾਠ ਯੋਜਨਾ ਆਪਾਂ ਪੜ੍ਹਦੇ ਹਾਂ। ਅਧਿਆਪਕ ਨੂੰ ਆਦਰਸ਼ ਵਾਚਨ ਕਰਦੇ ਸਮੇਂ ਵਿਦਿਆਰਥੀ ਨੂੰ ਸੁਚੇਤ ਕਰ ਦੇਣਾ ਚਾਹੀਦਾ ਹੈ। ਆਪਸੀ ਗੱਲਬਾਤ ਨਹੀਂ ਹੋਣੀ ਚਾਹੀਦੀ। ਬੱਚਿਆਂ ਦੇ ਮਾਨਸਿਕ ਪੱਧਰ ਅਨੁਸਾਰ ਵਰਤਮਾਨ ਹਾਲਾਤ ਉੱਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਇਸ ਵਿੱਚ ਹਰੇਕ ਵਿਦਿਆਰਥੀ ਨੂੰ ਮੌਕਾ ਦੇਣਾ ਚਾਹੀਦਾ ਹੈ। ਵਾਦ ਵਿਵਾਦ ਹੁੰਦਾ, ਜਿਵੇਂ ਕੋਈ ਇੱਕ ਟੋਪਿਕ ਦੇਦਾ ਉਹਦੇ ਵਿੱਚ ਬੱਚਿਆਂ ਨੂੰ ਆਪਸ ਦੇ ਵਿੱਚ ਉਸ ਟੋਪਿਕ 'ਤੇ ਇੱਕ ਬੱਚਾ ਦਾ ਸਮੂਹ ਉਹਦੇ ਉੱਤੇ ਚਰਚਾ ਕਰੇ, ਆਪਸੀ ਗੱਲਬਾਤ ਕਰੇ। ਹਾਂਜੀ, ਫਿਰ ਆਪਣਾ ਅਗਲਾ ਥਰਡ ਪੁਆਇੰਟ ਹੈ ਭਾਸ਼ਣ।
ਭਾਸ਼ਣ ਤੋਂ ਪਹਿਲਾਂ ਵਿਦਿਆਰਥੀ ਨੂੰ ਸੁਚੇਤ ਕਰ ਦੇਣਾ ਚਾਹੀਦਾ ਹੈ ਕਿ ਉਹ ਦਿੱਤੇ ਭਾਸ਼ਣ ਨੂੰ ਧਿਆਨ ਨਾਲ ਸੁਣਨ ਤੇ ਸਮਝਣ। ਸੰਬੰਧਿਤ ਭਾਸ਼ਣ 'ਚੋਂ ਪ੍ਰਸ਼ਨ ਜਾਣਗੇ ਅਤੇ ਸੰਬੰਧਿਤ ਭਾਸ਼ਣ ਲਈ ਲੇਖ ਵੀ ਲਿਖਣ ਲਈ ਕਿਹਾ ਜਾਵੇਗਾ। ਹਾਂਜੀ, ਇੱਕ ਬੱਚੇ ਨੂੰ ਭਾਸ਼ਣ ਦਿੱਤਾ ਜਾਵੇ, ਬੱਚਿਆਂ ਨੂੰ ਕਿਹਾ ਜਾਵੇ ਕਿ ਇਹਨੂੰ ਸੁਚੇਤ ਨਾਲ ਤੁਸੀਂ ਸੁਣੋ। ਇਹ ਭਾਸ਼ਣ ਨੂੰ ਸੁਣਨ ਤੋਂ ਬਾਅਦ ਹੀ ਸੁਣਨ ਤੇ ਸਮਝਣ ਤੋਂ ਤੁਹਾਡੇ ਤੋਂ ਇਹਦੇ ਵਿੱਚੋਂ ਕੁਝ ਕੁਐਸਚਨ ਪੁੱਛੇ ਜਾਣਗੇ ਜਾਂ ਇਹਨੂੰ ਲਿਖਣ ਲਈ ਕਿਹਾ ਜਾਏਗਾ। ਹਾਂਜੀ, ਅਗਲਾ ਹੈ ਬੋਲ ਲਿਖਤ। ਇਸ 'ਚ ਬੱਚੇ ਪਹਿਲਾਂ ਸੁਣਦੇ ਹਨ ਫਿਰ ਲਿਖਦੇ ਹਨ। ਉਸਨੂੰ ਸਥਾਨ ਭਾਸ਼ਾ ਵਿੱਚ ਜ਼ੁਬਾਨੀ ਲਿਖਾਈ ਜਾਂ ਮਲਾਹ ਵੀ ਕਹਿੰਦੇ ਹਨ। ਇਸ ਵਿੱਚ ਅਧਿਆਪਕ ਜਾਂ ਕੋਈ ਵਿਦਿਆਰਥੀ ਅੱਗੇ ਅੱਗੇ ਬੋਲਦਾ ਹੈ, ਬਾਕੀ ਸਾਰੇ ਬੱਚੇ ਉਸਨੂੰ ਸੁਣ ਕੇ ਲਿਖਦੇ ਹਨ। ਜੀ, ਬੋਲ ਲਿਖਤ ਕਹਿੰਦੇ ਹੈ। ਇਹਦੇ ਵਿੱਚ ਇੱਕ ਅਧਿਆਪਕ ਹੈ ਜਾਂ ਕੋਈ ਬੱਚਾ ਉੱਚੀ ਉੱਚੀ ਬੋਲਦਾ ਹੈ ਅਤੇ ਪਿਛਲੇ ਬੱਚੇ ਜਿਹੜੇ ਹੈਗੇ ਹੈ ਉਹਨੂੰ ਸੁਣਦੇ ਹੈ ਅਤੇ ਨਾਲ ਦੀ ਨਾਲ ਲਿਖਦੇ ਹੈ। ਉਹਨੂੰ ਜ਼ੁਬਾਨੀ ਲਿਖਾਈ ਜਾਂ ਬੋਲ ਲਿਖਤ ਅਸੀਂ ਕਹਿ ਸਕਦੇ ਹਾਂ। ਹਾਂਜੀ, ਫਿਰ ਇਹਦੇ ਇਸ ਰਾਹੀਂ ਵਿਦਿਆਰਥੀ ਨੂੰ ਸੁਣਨ ਦੀ ਆਦਤ ਦਾ ਵਿਕਾਸ, ਸ਼ਬਦ ਜੋੜਾਂ, ਵਿਸ਼ਰਾਮ ਚਿੰਨ੍ਹਾਂ, ਸ਼ੁੱਧ ਲਿਖਣ ਆਦਿ ਵਿੱਚ ਸੁਧਾਰ ਹੁੰਦਾ ਅਤੇ ਚੰਗੀ ਲਿਖਾਈ ਦੇ ਗੁਣ ਪੈਦਾ ਹੁੰਦੇ ਹੈ। ਹਾਂਜੀ, ਇਹਦੇ ਨਾਲ ਕੀ ਹੁੰਦਾ ਹੈ, ਜਿਵੇਂ ਕਿ ਬੋਲ ਲਿਖਤ ਦੇ ਨਾਲ ਵਿਦਿਆਰਥੀਆਂ ਨੂੰ ਸੁਣਨ ਦੀ ਆਦਤ ਦਾ ਵਿਕਾਸ ਹੁੰਦਾ ਹੈ। ਉਹਨਾਂ ਨੂੰ ਸੁਣਨ ਦੀ ਜਿਹੜੀ ਗਤੀਸ਼ੀਲਤਾ ਹੈ ਉਹਦੇ ਵਿੱਚ ਵਾਧਾ ਹੁੰਦਾ ਹੈ। ਸ਼ਬਦ ਜੋੜਾਂ ਦੇ ਵਿੱਚ ਵਿਸ਼ਰਾਮ ਚਿੰਨ੍ਹਾਂ, ਸ਼ੁੱਧ ਲਿਖਣ ਆਦਿ ਵਿੱਚ ਸੁਧਾਰ ਹੁੰਦਾ। ਕਿੱਥੇ ਉਹਨਾਂ ਨੇ ਰੁਕਣਾ ਹੈ, ਕਿੱਥੇ ਵਿਰਾਮ ਚਿੰਨ੍ਹਾਂ ਦਾ ਵਰਤੋਂ ਕਰਨੀ ਹੈ। ਸ਼ਬਦ ਜੋੜਾਂ ਦੇ ਲਿਖਣ ਵਿੱਚ ਉਹਨਾਂ ਦਾ ਸੁਧਾਰ ਹੁੰਦਾ ਅਤੇ ਚੰਗੀ ਲਿਖਾਈ ਦੇ ਗੁਣ ਪੈਦਾ ਹੁੰਦੇ ਹਨ। ਨਾਲ ਲਿਖਣ ਜਿਹੜੀ ਲਿਖਾਈ ਲਿਖਦੇ ਹੈ ਉਹਦੇ ਵਿੱਚ ਵੀ ਸੁਧਾਰ ਹੁੰਦਾ ਹੈ। ਅੱਗੇ ਹੈ ਰੇਡੀਓ ਪ੍ਰੋਗਰਾਮ। ਰੇਡੀਓ ਸੁਣਨ ਦਾ ਅਭਿਆਸ ਦੇਣ ਲਈ ਸਭ ਤੋਂ ਵਧੀਆ ਸਾਧਨ ਹੈ। ਸੁਣਨ ਲਈ ਰੇਡੀਓ ਹੈ ਜੋ ਸਭ ਤੋਂ ਵਧੀਆ ਸਾਧਨ ਹੈ। ਰੇਡੀਓ 'ਤੇ ਸਕੂਲੀ ਵਿਸ਼ਿਆਂ ਨਾਲ ਸੰਬੰਧਿਤ ਪ੍ਰੋਗਰਾਮ, ਕਿਸੇ ਪ੍ਰਸਿੱਧ ਵਿਅਕਤੀ ਦਾ ਭਾਸ਼ਣ ਆਦਿ ਨੂੰ ਬੱਚਿਆਂ ਨੂੰ ਸੁਣਾਇਆ ਜਾ ਸਕਦਾ ਹੈ ਅਤੇ ਮੁੱਖ ਹਾਲਾਂ ਨੂੰ ਨੋਟ ਕਰਨ ਲਈ ਕਿਹਾ ਜਾ ਸਕਦਾ ਹੈ ਅਤੇ ਅਧਿਆਪਕ ਦੁਆਰਾ ਸੰਬੰਧਿਤ ਵਿਸ਼ੇ ਦੇ ਪ੍ਰਸ਼ਨ ਵੀ ਪੁੱਛੇ ਜਾ ਸਕਦੇ ਹਨ। ਜੀ, ਰੇਡੀਓ 'ਤੇ ਕੁਝ ਵਿਸ਼ੇ ਨਾਲ ਸੰਬੰਧਿਤ ਜਿਹੜੇ ਪ੍ਰੋਗਰਾਮ ਚੱਲਦੇ ਆ ਉਹਨਾਂ ਨੂੰ ਬੱਚਿਆਂ ਨੂੰ ਸੁਣਾਇਆ ਜਾਣਾ ਚਾਹੀਦਾ ਹੈ ਅਤੇ ਉਹਦੇ ਬਾਅਦ ਦੇ ਵਿੱਚ ਅਧਿਆਪਕ ਦੁਆਰਾ ਉਹਨਾਂ ਤੋਂ ਸੰਬੰਧਿਤ ਕੁਝ ਪ੍ਰਸ਼ਨ ਪੁੱਛੇ ਜਾਣੇ ਚਾਹੀਦੇ ਤਾਂ ਕਿ ਬੱਚਿਆਂ ਨੂੰ ਇੱਕ ਸੁਣਨ ਸ਼ਕਤੀ ਜਾਂ ਸੁਣ ਕੇ ਸਮਝਣ ਵਿੱਚ ਉਹਨਾਂ ਦੇ ਵਿੱਚੋਂ ਸੁਣਨ ਸਮਝਣ ਦੀ ਜਿਹੜੀ ਹੈ ਕੌਸ਼ਲ ਹੈ ਉਹਨਾਂ ਦੇ ਵਿੱਚ ਵਿਕਸਿਤ ਹੋ ਸਕੇ। ਅਧਿਆਪਕ ਉਹਨਾਂ ਤੋਂ ਪ੍ਰਸ਼ਨ ਪੁੱਛੇਗਾ ਬੱਚਿਆਂ ਨੂੰ, ਫਿਰ ਅਧਿਆਪਕ ਨੂੰ ਫਿਰ ਹੀ ਪਤਾ ਲੱਗੇ ਬੱਚਿਆਂ ਨੂੰ ਕਿੰਨਾ ਕੁ ਸਮਝ ਆਇਆ ਹੈ। ਅਗਲਾ ਹੈ ਭਾਸ਼ਾ ਸਹਾਇਕ ਕਿਰਿਆਵਾਂ। ਸਕੂਲ ਵਿੱਚ ਭਾਸ਼ਾ ਸਹਾਇਕ ਕਿਰਿਆਵਾਂ ਜਿਵੇਂ ਕਿ ਵਾਦ ਵਿਵਾਦ, ਕਵਿਤਾ ਉਚਾਰਨ, ਭਾਸ਼ਣ ਆਦਿ ਨੂੰ ਬੱਚਿਆਂ ਦੀ ਸੁਣਨ ਸ਼ਕਤੀ ਦੇ ਵਿਕਾਸ ਲਈ ਵਰਤਿਆ ਜਾ ਸਕਦਾ ਹੈ। ਇਹਨਾਂ ਕਿਰਿਆਵਾਂ ਵਿੱਚ ਕੋਈ ਇੱਕ ਵਿਅਕਤੀ ਬੋਲਦਾ ਹੈ ਅਤੇ ਬਾਕੀ ਉਸਨੂੰ ਧਿਆਨ ਨਾਲ ਸੁਣਦੇ ਹਨ, ਸਮਝਦੇ ਹਨ ਅਤੇ ਆਪਣੀਆਂ ਦਲੀਲਾਂ ਪੇਸ਼ ਕਰਦੇ ਹਨ। ਇਸ ਤਰ੍ਹਾਂ ਇਹ ਲੜੀ ਚੱਲਦੀ ਰਹਿੰਦੀ ਹੈ। ਭਾਸ਼ਾ ਸਹਾਇਕ ਕਿਰਿਆਵਾਂ ਦੇ ਵਿੱਚ ਕੀ ਹੁੰਦਾ ਹੈ, ਇੱਕ ਵਾਦ ਵਿਵਾਦ ਜਾਂ ਕਵਿਤਾ ਉਚਾਰਨ ਜਾਂ ਭਾਸ਼ਣ ਮੁਕਾਬਲੇ ਕਰਵਾਏ ਜਾਂਦੇ ਹੈ। ਇਹਨਾਂ ਵਿੱਚ ਵਿਅਕਤੀ ਬੋਲਦਾ ਅਤੇ ਬਾਕੀ ਉਸਨੂੰ ਧਿਆਨ ਨਾਲ ਸੁਣਦੇ ਹੈ, ਸਮਝਦੇ ਹੈ ਅਤੇ ਆਪਣੀ ਦਲੀਲਾਂ ਪੇਸ਼ ਕਰਦੇ ਹੈ। ਹਾਂਜੀ, 7 ਹੈ ਆਪਣਾ ਦੇਖਣ ਸੁਣਨ ਸਮੱਗਰੀ ਦਾ ਪ੍ਰਯੋਗ। ਅਧਿਆਪਕ ਭਾਸ਼ਾ ਨਾਲ ਸੰਬੰਧਿਤ ਦੇਖਣ ਸੁਣਨ ਉਪਕਰਨਾਂ, ਸੰਚਾਰ ਸੰਦਾਂ ਦੀ ਵਰਤੋਂ ਕਰਦਾ ਹੋਇਆ ਉਹਨਾਂ ਦੀ ਸੁਣਨ ਅਤੇ ਸਮਝਣ ਦੀ ਸਮਰੱਥਾ ਵਿੱਚ ਵਾਧਾ ਕਰ ਸਕਦਾ ਹੈ। ਇਸ ਦੇਖਣ ਸੁਣਨ ਸਮੱਗਰੀ ਵਿੱਚ ਹੇਠ ਲਿਖੇ ਸੰਦ ਉਪਕਰਨ ਵਰਤੇ ਜਾ ਸਕਦੇ ਹਨ: ਗ੍ਰਾਮੋਫੋਨ, ਰੇਡੀਓ ਤੋਂ ਰੇਡੀਓ ਪ੍ਰੋਗਰਾਮ, ਸਿਨੇਮਾ, ਦੂਰਦਰਸ਼ਨ, ਵੀਡੀਓ ਟੇਪ ਰਿਕਾਰਡਰ, ਭਾਸ਼ਾ ਪ੍ਰਯੋਗਸ਼ਾਲਾ, ਲਿੰਗੁਆਫੋਨ ਆਦਿ। ਹਾਂਜੀ, ਇਹਨਾਂ ਤੋਂ ਕੀ ਹੈ, ਦੇਖਣ ਸੁਣਨ ਸਮੱਗਰੀ ਹੁੰਦੀ ਹੈ। ਹਾਂਜੀ, ਦੇਖਣ ਸੁਣਨ ਜਿਵੇਂ ਗ੍ਰਾਮੋਫੋਨ ਹੈ ਇਹਦੇ ਨਾਲ ਅਸੀਂ ਸੁਣ ਸਕਦੇ ਹਾਂ। ਰੇਡੀਓ ਤੇ ਰੇਡੀਓ ਪ੍ਰੋਗਰਾਮ ਸੁਣਨ ਵਾਲੇ ਹੈ। ਸਿਨੇਮਾ ਦੇ ਵਿੱਚ ਅਸੀਂ ਦੇਖ ਅਤੇ ਸੁਣ ਦੋਨੋਂ ਸਕਦੇ ਹਾਂ। ਦੂਰਦਰਸ਼ਨ 'ਤੇ ਵੀ, ਵੀਡੀਓ 'ਚ ਵੀ ਅਸੀਂ ਦੇਖ ਸੁਣਨ ਹੈ। ਟੇਪ ਰਿਕਾਰਡਰ ਦੇ ਵਿੱਚ ਅਸੀਂ ਸੁਣ ਸਕਦੇ ਹਾਂ। ਭਾਸ਼ਾ ਪ੍ਰਯੋਗਸ਼ਾਲਾ, ਲਿੰਗੁਆਫੋਨ ਆਦਿ ਦੇ ਦੁਆਰਾ ਅਸੀਂ ਸੁਣ ਸਕਦੇ ਹਾਂ। ਇਸ ਤਰ੍ਹਾਂ ਉਪਰੋਕਤ ਸਾਧਨਾਂ ਦੀ ਸਹਾਇਤਾ ਨਾਲ ਬੱਚਿਆਂ ਅੰਦਰ ਮਨੋਰੰਜਨ ਦੁਆਰਾ ਚੰਗੀਆਂ ਸੁਣਨ ਆਦਤਾਂ ਦਾ ਵਿਕਾਸ ਹੁੰਦਾ ਹੈ। ਹਾਂਜੀ, ਉਹਨੂੰ ਦੇਖ ਕੇ ਉਹਨਾਂ ਦੇ ਵਿੱਚ ਸੁਣਨ ਕੌਸ਼ਲ ਦਾ ਜਾਂ ਉਹਨਾਂ ਦੇ ਰੇਡੀਓ ਰਾਹੀਂ ਜਾਂ ਲਿੰਗੁਆਫੋਨ ਰਾਹੀਂ ਸੁਣਨ ਕੌਸ਼ਲ ਦੇ ਜਿਹੜੇ ਵਿਕਾਸ ਦਾ ਵਿੱਚ ਵਾਧਾ ਹੁੰਦਾ ਹੈ। ਸੁਣਨ ਕੌਸ਼ਲ ਦੀ ਸਿੱਖਿਆ ਲਈ ਆਦਰਸ਼ ਸਥਿਤੀਆਂ ਕਿਹੜੀਆਂ ਹੈ? ਸ਼੍ਰੇਣੀ ਦਾ ਵਾਤਾਵਰਨ, ਸ਼੍ਰੇਣੀ ਦੇ ਬਾਹਰ ਦਾ ਵਾਤਾਵਰਨ, ਅਧਿਆਪਕ ਦੀ ਭੂਮਿਕਾ ਆਦਿ ਇਹਦੇ ਵਿੱਚ ਸੁਣਨ ਕੌਸ਼ਲ ਦੀ ਸਿੱਖਿਆ ਆਦਰਸ਼ ਸਥਿਤੀਆਂ ਦੇ ਵਿੱਚ ਆਉਂਦੀਆਂ ਹਨ। ਹਾਂਜੀ, ਇਹ ਆਪਣੇ ਸੁਣਨ ਕੌਸ਼ਲ ਨਾਲ ਸੰਬੰਧਿਤ ਕੁਝ ਕੁਐਸਚਨ ਸੀਗੇ ਜੋ ਤੁਹਾਡੇ ਨਾਲ ਸਾਂਝੇ ਕੀਤੇ ਗਏ ਹੈ। ਹਾਂਜੀ, ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਚੈਨਲ ਜ਼ਰੂਰ ਕਰਿਓ। ਥੈਂਕਸ ਟੂ ਵਾਚ ਦਿਸ ਵੀਡੀਓ।